ਜਲੰਧਰ ਜਾਂਦੇ ਚੰਨੀ ਨੂੰ ਵਿਜੀਲੈਂਸ ਨੇ ਫਿਰ ਪਿੱਛੋਂ ਹਾਕ ਮਾਰ ਲਈ ਹੈ। ਸੰਮਣ ਦੁਬਾਰਾ ਕੀਤੇ ਹੈ ਤੇ ਸੱਦ ਲਿਆ ਗਿਆ ਕਿ ਭਾਈ ਆਓ ਇੱਧਰ ਦੁਬਾਰਾ ਪੁੱਛਗਿੱਛ ਜਿਹੜੀ ਉਹ ਕਰਨੀ ਹੈ। ਤੇ ਹੁਣ ਪੁੱਛਗਿੱਛ ਕਿਵੇਂ ਹੋਊਗੀ ਤੇ ਅੱਗੇ ਹੋਣ ਕੀ ਜਾ ਰਿਹਾ, ਗੱਲਬਾਤ ਇਸ ਤੇ ਕਰਾਂਗੇ। ਤਾਂ ਉਧਰ ਡਰੱਗ ਰਿਪੋਰਟਾਂ ਦੇ ਵਿੱਚ ਰਾਜੀਤ ਤੇ ਫਸਣ ਤੋਂ ਬਾਅਦ ਇੱਕ ਡਰੱਗ ਰਿਪੋਰਟ ਤੇ ਫਿਰ ਪੰਗਾ ਪਿਆ ਹੋਇਆ। ਪੰਗਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ, ਇੱਥੇ ਉਸ ਰਿਪੋਰਟ ਦੀ ਅਸਲੀਅਤ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਜਾਂਚ ਹੁਣ ਜਿਹੜੀ ਵਧੇਗੀ ਕਿੱਧਰ ਨੂੰ ਜਾਂ ਵਧੀ ਨਹੀਂ ਕਿੱਧਰ ਨੂੰ ਚਾਹੀਦੀ ਹੈ। ਔਰ ਇੱਕ ਜਿਹੜਾ ਰੌਲਾ ਪੈ ਰਿਹਾ ਕਿ ਚੌਥੀ ਰਿਪੋਰਟ ਦੇ ਉੱਪਰ ਜਿਹੜੇ ਸਾਰੇ ਮੈਂਬਰਾਂ ਦੇ ਸਾਈਨ ਨੇ ਉਹ ਕਿਉਂ ਨਹੀਂ, ਤੇ ਅਸਲੀਅਤ ਉਸ ਮਾਮਲੇ ਦੀ ਹੈ ਕੀ ਹੈ, ਇਹ ਵੀ ਕਲੀਅਰ ਕਰਾਂਗੇ। ਤਾਂ ਉਧਰ ਪੰਜਾਬ ਦੇ ਅੰਦਰ ਵੱਡਾ ਖਤਰਾ ਹੈ, ਲੋਕਾਂ ਨੂੰ ਧਿਆਨ ਦੇਣ ਦੀ ਲੋੜ ਹੈ। ਕਿਵੇਂ, ਕਿਸ ਤੇ, ਗੱਲਬਾਤ ਇਸ ਤੇ ਕਰਾਂਗੇ। ਮੈਂ ਸੁਖਵਿੰਦਰ ਸਿੱਧੂ ਖਬਰ ਸਵੇਰ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦਾ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜੁੜੇ ਹੋਏ ਆ, ਪਹਿਲਾਂ ਉਹਨਾਂ ਦਾ ਵੀ ਸਵਾਗਤ ਕਰਦਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਅਣਖੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਰਾਤ ਹੀ ਆਪਾਂ ਡਰੱਗ ਰਿਪੋਰਟਾਂ ਦੇ ਮਸਲੇ ਦੇ ਉੱਪਰ ਗੱਲਬਾਤ ਕਰਕੇ ਹਟੇ ਹਾਂ ਕਿ ਕਿੱਧਰਲੇ ਪਾਸੇ ਨੂੰ ਜਾਂਚ ਜਿਹੜੀ ਹੁਣ ਵਧੇਗੀ ਜਾਂ ਵਧਣੀ ਚਾਹੀਦੀ ਹੈ, ਕਿ ਬਾਕੀ ਉਸ ਵਾਲੇ ਪਾਸੇ ਨੂੰ ਜਾਂਚ ਜਿਹੜੀ ਆ ਉਹ ਵਧੇਗੀ ਔਰ ਕਿੱਧਰ ਨੂੰ। ਔਰ ਨਾਲ ਹੀ ਨਾਲ ਰੌਲਾ ਇਹ ਵੀ ਪੈ ਰਿਹਾ ਹੈ, ਬਥੇਰੇ ਲੋਕ ਇਹ ਵੀ ਸਵਾਲ ਚੱਕ ਰਹੇ ਆ ਕਿ ਇਹ ਜਿਹੜੀ ਚੌਥੀ ਰਿਪੋਰਟ ਆ, 3 ਰਿਪੋਰਟਾਂ ਤਾਂ ਖੁੱਲ ਗਈਆਂ, ਇੱਕ ਰਿਪੋਰਟ ਜਿਹੜੀ ਬੰਦ ਆ ਸਿਧਾਰਥ ਚਟੋਪਾਧਿਆਏ ਦੇ, ਜਿਹਦੇ ਦੇ ਉੱਪਰ ਇਕੱਲੇ ਸਾਈਨ ਜਿਹੜੇ ਹੈਗੇ ਔਰ ਉਹ ਰਿਪੋਰਟ ਦੇ ਉੱਪਰ ਕਹਿੰਦੇ ਸਾਰਿਆਂ ਦੇ ਸਾਈਨ ਕਿਉਂ ਨਹੀਂ ਗਏ। ਇਸ ਤੇ ਵੀ ਕੁਝ ਲੋਕ ਜਿਹੜੇ ਸਵਾਲ ਖੜੇ ਕਰ ਰਹੇ ਆ, ਮਾੜਾ ਜਿਹਾ ਦੱਸਿਓ, ਇਹਦੀ ਅਸਲੀਅਤ ਦੱਸਿਓ ਵੀ ਇਹ ਤੇ ਸਾਈਨ ਸਾਰਿਆਂ ਦੇ ਕਿਉਂ ਨਹੀਂ ਗਏ, ਕੀ ਹੋਣੇ ਚਾਹੀਦੇ ਸੀ, ਜਾਂ ਜਿਵੇਂ ਸਾਡੇ ਇੰਟਰਵਿਊ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਹੋਣਾ ਨੇ ਇਹ ਗੱਲ ਕਹੀ ਕਿ ਭਾਈ ਉਹਨਾਂ ਦੀ ਉਹ ਪਰਸਨਲ ਅਬਜ਼ਰਵੇਸ਼ਨ ਹੈ, ਜੇ ਉਹ ਰਿਪੋਰਟ ਹੁੰਦੀ ਤਾਂ ਅਸੀਂ ਸਾਰਿਆਂ ਨੇ ਸਾਈਨ ਉੱਤੇ ਕਰਨੀ ਸੀ। ਤਾਂ ਇਹਦੀ ਅਸਲੀਅਤ ਥੋੜੀ ਜਿਹੀ ਦੱਸਿਓ ਔਰ ਦੱਸਿਓ ਕਿ ਜਾਂਚ ਵੱਡੇ ਘਰਾਂ ਵਾਲੇ ਪਾਸੇ ਨੂੰ ਵਧੇਗੀ। ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਰਾਤ ਦੇ ਪ੍ਰੋਗਰਾਮ 'ਚ ਅਸੀਂ ਵਿਸਥਾਰ ਸਹਿਤ ਗੱਲਬਾਤ ਕੀਤੀ, ਹੁਣ ਵੀ ਕੁਝ ਸ਼ੰਕੇ ਜਿਹੜੇ ਨੇ ਕੁਝ ਸਾਡੇ ਦਰਸ਼ਕਾਂ ਦੇ ਨਿਵਰਤ ਕਰਨੇ ਜ਼ਰੂਰੀ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਡਰੱਗ ਰਿਪੋਰਟਾਂ ਦੇ ਸੰਬੰਧ ਵਿੱਚ ਗੱਲ ਕਰਦੇ ਕਿ ਸਾਈਨਾਂ ਦੇ ਸੰਬੰਧ 'ਚ ਦੇਖੋ, ਜਿਹੜੀਆਂ ਰਿਪੋਰਟਾਂ ਨੇ ਉਹ ਸਿਰਫ 3 ਹੀ ਹਨ ਜਿਸ ਸੰਬੰਧੀ ਅਸੀਂ ਗੱਲ ਕਰ ਚੁੱਕੀ, ਤੇ ਜਿਹੜੀਆਂ ਹਾਈ ਕੋਰਟ ਨੇ ਖੋਲ੍ਹ ਦਿੱਤੀਆਂ ਨੇ ਤੇ ਜਿਸ ਦੇ ਆਧਾਰ ਤੇ ਪੰਜਾਬ ਸਰਕਾਰ ਨੇ ਐਕਸ਼ਨ ਕਰਦਿਆਂ ਬੀਤੇ ਦਿਨ ਰਾਜਜੀਤ ਸਿੰਘ ਨੂੰ ਡਿਸਮਿਸ ਜਿਹੜਾ ਉਹ ਕਰ ਦਿੱਤਾ। ਹੁਣ 3 ਰਿਪੋਰਟਾਂ ਅਸਲ 'ਚ ਇਹ ਹਨ ਜਿਨ੍ਹਾਂ ਦੇ ਉੱਤੇ ਉਸ SIT ਦੇ ਸਾਰੇ ਮੈਂਬਰਾਂ ਦੇ ਦਸਤਖਤ ਹਨ, ਜਿਨ੍ਹਾਂ ਦੇ ਵਿੱਚ ਸਿਧਾਰਥ ਚਟੋਪਾਧਿਆਏ ਨੇ, ਦੂਜੇ ਪਾਸੇ ਪ੍ਰਮੋਦ ਕੁਮਾਰ ਆ, ਤੀਸਰੇ ਪਾਸੇ ਖਬਰ ਵਿਜੇ ਪ੍ਰਤਾਪ ਸਿੰਘ ਹੋਣੀ ਹੈ। ਇਹ 3 ਰਿਪੋਰਟਾਂ ਉਹ ਨੇ ਕਿ ਜਿਨ੍ਹਾਂ ਦੇ ਉੱਤੇ ਕਾਰਵਾਈ ਜਿਹੜੀ ਚੱਲ ਰਹੀ ਹੈ ਔਰ ਉਹਨਾਂ ਉੱਤੇ ਸਾਈਨ ਹਨ। ਹੁਣ ਜਿਹੜੀ ਚੌਥੀ ਰਿਪੋਰਟ ਦੀ ਗੱਲ ਕੀਤੀ, ਜਿਹੜੀ 4 ਮਈ ਨੂੰ ਖੁੱਲਣੀ ਹੈ ਸੁਖਵਿੰਦਰ ਜੀ, ਜਿਹੜੀ ਸਿਧਾਰਥ ਚਟੋਪਾਧਿਆਏ ਦੀ ਪਰਸਨਲ ਜਿਹੜੀ ਨਿੱਜੀ ਆਪਣੀ ਉਹਨਾਂ ਦੀ ਰਿਪੋਰਟ ਹੈਗੀ ਆ, ਉਹਦੇ ਸੰਬੰਧ 'ਚ ਗੱਲ ਕਰਦੀ ਹੈ ਕਿ ਕੁਝ ਲੋਕ ਇਹ ਗੱਲ ਕਹਿ ਰਹੇ ਨੇ ਕਿ ਉਹਦੇ ਉੱਤੇ ਬਾਕੀ ਮੈਂਬਰਾਂ ਦੇ ਹਸਤਾਖਰ ਜਿਹੜੇ ਉਹ ਨਹੀਂ ਹਨ, ਦਸਤਖਤ ਜਿਹੜੇ ਨਹੀਂ ਹਨ ਜਾਂ ਸਿਗਨੇਚਰ ਜਿਹੜੇ ਨਹੀਂ ਹਨ। ਹੁਣ ਅਸੀਂ ਇਹ ਕਲੀਅਰ ਕਰ ਦਈਏ ਕਿ ਜਦੋਂ ਹਾਈ ਕੋਰਟ ਦੇ ਨਿਰਦੇਸ਼ਾਂ ਤੇ ਇਹ SIT ਬਣਦੀ ਆ ਤਾਂ ਉਸ ਵਕਤ ਹਾਈ ਕੋਰਟ, ਮਾਨਯੋਗ ਹਾਈ ਕੋਰਟ ਨੇ ਇਸ SIT ਨੂੰ ਇਹ ਨਿਰਦੇਸ਼ ਦਿੱਤੇ ਕਿ ਤੁਸੀਂ ਇਹਨਾਂ ਡਰੱਗ ਦੇ ਸੰਬੰਧੀ ਕੇਸਾਂ ਜਿਹੜੇ ਚੱਲਦੇ ਪਏ ਆ, ਇਹਨਾਂ ਦੇ ਸੰਬੰਧੀ ਰਿਪੋਰਟ ਤਿਆਰ ਕਰਨੀ ਹੈ। ਉਹ ਰਿਪੋਰਟਾਂ ਜਿਹੜੀਆਂ ਉਹ ਤੁਸੀਂ ਸਬਮਿਟ ਕਰਾਉਣੀਆਂ ਨੇ, ਤੇ 3 ਰਿਪੋਰਟਾਂ ਜਿਹੜੀਆਂ ਨੇ ਉਹ ਸਬਮਿਟ ਹੁੰਦੀਆਂ। ਤੇ ਨਾਲ ਹੀ ਹਾਈ ਕੋਰਟ ਨੇ ਇਹ ਵੀ ਗੱਲ ਕਹੀ ਕਿ ਇਹ ਜਿਹੜੇ SIT ਦੇ ਮੈਂਬਰ ਨੇ, ਅਗਰ ਇਹ ਚਾਹਣ ਤਾਂ ਨਿੱਜੀ ਤੌਰ ਤੇ ਜੋ ਇਹਨਾਂ ਨੇ ਮਹਿਸੂਸ ਕੀਤਾ ਇਹ ਡਰੱਗ ਕੇਸਾਂ ਦਾ ਕਰਦਿਆਂ, ਜਾਂਚ ਕਰਦਿਆਂ, ਜੇਕਰ ਉਹ ਆਪਣੀ ਪਰਸਨਲ ਇੱਕ ਵੱਖਰੀ ਰਿਪੋਰਟ ਵੀ ਦੇਣਾ ਚਾਹਣ ਤਾਂ ਉਹ ਦੇ ਸਕਦੇ ਨੇ। ਤਾਂ ਉਹਦੇ ਅਨੁਸਾਰ ਪ੍ਰਮੋਦ ਕੁਮਾਰ ਤੇ ਦੂਸਰਾ ਖਬਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੀ ਕੋਈ ਵੀ ਪਰਸਨਲ ਅਬਜ਼ਰਵੇਸ਼ਨ ਵਾਲੀ ਰਿਪੋਰਟ ਜਿਹੜੀ ਉਹ ਨਹੀਂ ਦਿੱਤੀ। ਤੇ ਦੂਜੇ ਪਾਸੇ ਉਹਨਾਂ ਨੇ ਇੱਕ ਆਪਣੀ ਰਿਪੋਰਟ ਜਿਹੜੀ ਪਰਸਨਲ ਅਬਜ਼ਰਵੇਸ਼ਨ ਰਿਪੋਰਟ ਜਿਹੜੀ ਬਣਾਈ ਸੀ ਔਰ ਕਹਿੰਦੇ ਕਿ ਮੈਂ ਮੂੰਹ ਜ਼ਬਾਨੀ ਉਸ ਸਮੇਂ ਦੇ ਹਾਕਮਾਂ ਨੂੰ ਦੱਸ ਦਿੱਤਾ ਸੀਗਾ ਕਿ ਭਾਈ ਆਹ ਗੱਲਾਂ ਨੇ ਔਰ ਇਹਦੇ ਤੇ ਤੁਸੀਂ ਕਾਰਵਾਈ ਕਰੋਗੇ ਤਾਂ ਠੀਕ ਹੈ, ਨਹੀਂ ਤੁਸੀਂ ਮੈਨੂੰ ਦੱਸੋ ਮੈਂ ਕਰ ਦਿੰਦਾ, ਜੇ ਤੁਸੀਂ ਕਿਸੇ ਹੋਰ ਤੋਂ ਕਰਵਾਉਣੀ ਹੈ ਤਾਂ ਤੁਸੀਂ ਉਹਨਾਂ ਤੋਂ ਕਾਰਵਾਈ ਕਰਵਾ ਲਓ, ਪਰ ਕਰਵਾਓ ਜ਼ਰੂਰ ਇਹ ਕਾਰਵਾਈ। ਇਹ ਉਦੋਂ ਉਹਨਾਂ ਦੇ ਉਸ ਸਮੇਂ ਦੇ ਹਾਕਮਾਂ ਨੂੰ ਜਿਹੜੀ ਆ ਗੱਲ ਉਹਨਾਂ ਨੇ ਦੱਸੀ ਸੀ। ਉਹਨਾਂ ਨੇ ਵੀ ਇੱਕ ਪਰਸਨਲ ਆਬਜ਼ਰਵੇਸ਼ਨ ਰਿਪੋਰਟ ਜਿਹੜੀ ਆ ਉਹ ਬਣਾਈ ਸੀ ਜੀ, ਪਰ ਉਹਨਾਂ ਜਿਸ ਤਰੀਕੇ ਨਾਲ ਮੌਖਿਕ ਰੂਪ ਦੇ ਵਿੱਚ ਉਹਨਾਂ ਨੇ ਦੇ ਦਿੱਤੀ ਉਸ ਸਮੇਂ ਦੇ ਹਾਕਮਾਂ ਨੂੰ, ਤੇ ਜਦੋਂ ਕਿ ਉਸ ਦੇ ਉਲਟ ਜਿਹੜੇ ਸਿਧਾਰਥ ਚਟੋਪਾਧਿਆਏ ਸਨ ਉਹਨਾਂ ਨੇ ਉਹ ਜਿਹੜੀ ਆਪਣੀ ਪਰਸਨਲ ਅਬਜ਼ਰਵੇਸ਼ਨ ਰਿਪੋਰਟ ਜਿਹੜੀ ਬਣਾ ਕੇ ਉਹਨਾਂ ਨੇ ਕੋਰਟ ਦੇ ਵਿੱਚ ਸਬਮਿਟ ਜਿਹੜੀ ਕਰਤੀ। ਫਰਕ ਸਿਰਫ ਇਹੋ ਹੀ ਹੈ ਕਿ ਉਸ ਵਕਤ ਜਿਹੜੀ ਜਾਂਚਕਾਰੀ ਕਮੇਟੀ ਦੇ ਮੈਂਬਰ ਸਨ, ਜਿਸ ਤਰੀਕੇ ਨਾਲ ਹੁਣ ਤੁਸੀਂ ਕੋਟ ਕਰਕੇ ਖਬਰ ਵਿਜੇ ਪ੍ਰਤਾਪ ਸਿੰਘ ਦੀ ਉਸ ਸਥਿਤੀ ਨੂੰ ਕਲੀਅਰ ਕੀਤਾ ਕਿ ਉਹਨਾਂ ਨੇ ਉਸ ਸਮੇਂ ਦੇ ਹਾਕਮਾਂ ਨੂੰ ਪੂਰਨ ਤੌਰ ਤੇ ਮੌਖਿਕ ਰੂਪ ਦੇ ਵਿੱਚ ਜਾਂ ਅਸੀਂ ਕਹਿ ਦਈਏ ਸਿੱਧੇ ਸ਼ਬਦ ਜ਼ਬਾਨੀ ਰੂਪ ਦੇ ਵਿੱਚ ਦੱਸ ਦਿੱਤਾ, ਤੇ ਇਹ ਗੱਲ ਕਹੀ ਕਿ ਦੱਸ ਦਿੱਤੀ ਕਿ ਇਹਦੇ ਸੰਬੰਧੀ ਇਹ ਕਾਰਵਾਈ ਹੋ ਸਕਦੀ ਹੈ। ਤਾਂ ਫਿਰ ਉਸ ਤੋਂ ਬਾਅਦ ਉਹ ਜਿਹੜਾ ਬਾਲ ਸੀ ਉਸ ਸਮੇਂ ਦੇ ਹਾਕਮਾਂ ਦੀ ਡੀ ਦੇ ਵਿੱਚ ਸੀ।
ਤਾਂ ਉਹਨਾਂ ਨੇ ਕਾਰਵਾਈ ਜਿਹੜੀ ਨਹੀਂ ਕੀਤੀ। ਬਿਲਕੁਲ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਫਿਰ ਆਪਾਂ ਕੋਟਕਪੂਰੇ ਗੋਲੀकांड ਵੱਲ ਜਾਂਦੇ ਕਿ ਜਿਹੜੀ ਰਿਪੋਰਟ ਹਾਈ ਕੋਰਟ ਨੇ ਰੱਦ ਹੁੰਦੀ ਆ, ਉਸ ਤੋਂ ਬਾਅਦ ਕੰਵਰ ਵਿਜੇ ਪ੍ਰਤਾਪ ਸਿੰਘ ਕਿਸ ਤਰੀਕੇ ਨਾਲ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਦੇ ਆ, ਤਾਂ ਕੈਪਟਨ ਅਮਰਿੰਦਰ ਸਿੰਘ ਕੇਵਲ ਤੇ ਕੇਵਲ ਜਿਸ ਤਰੀਕੇ ਨਾਲ ਉਹਨਾਂ ਦੀ ਨੀਤੀ ਰਹੀ ਹੈ ਚੁੱਪਚਾਪ ਰਹਿੰਦੇ ਨੇ। ਸੋ ਅਜਿਹੀ ਪੋਜੀਸ਼ਨ ਦੇ ਵਿੱਚ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਬਾਰੇ ਇਹ ਗੱਲ ਕਹਿਣੀ ਕਿ ਹਾਂ ਵੀ ਉਹਨਾਂ ਨੇ ਉਸ ਵਕਤ ਉਹ ਰਿਪੋਰਟ ਜਿਹੜੀ ਆ ਤਿਆਰ ਨਹੀਂ ਕੀਤੀ ਜਾਂ ਦਿੱਤੀ ਨਹੀਂ, ਉਹਦਾ ਸੱਚ ਇਹੋ ਹੀ ਆ ਕਿ ਉਹਨਾਂ ਨੇ ਉਸ ਸਮੇਂ ਦੇ ਹਾਕਮਾਂ ਨੂੰ ਜ਼ਬਾਨੀ ਤੌਰ ਤੇ ਦੱਸ ਦਿੱਤਾ ਸੀ ਕਿ ਇਸ ਕੇਸ ਦੇ ਵਿੱਚ ਇਹ ਕੁਝ ਹੋ ਰਿਹਾ, ਜੋ ਉਹਨਾਂ ਦੀ ਨਿੱਜੀ ਆਬਜ਼ਰਵੇਸ਼ਨ ਆ, ਤੇ ਜੇ ਤੁਸੀਂ ਚਾਹੋ ਤਾਂ ਮੈਂ ਇਸ ਨੂੰ ਅੱਗੇ ਫਰਦਰ ਜਿਹੜਾ ਹੋਰ ਵੀ ਕਰ ਸਕਦਾ। ਪਰ ਸ਼ਾਇਦ ਉਸ ਵੇਲੇ ਹਾਕਮਾਂ ਦੀ ਉਹ ਨੀਤੀ ਨਹੀਂ ਸੀ ਹੈਗੀ ਕਿ ਇਸ ਮਸਲੇ ਨੂੰ ਜ਼ਿਆਦਾ ਉਲਝਾਇਆ ਜਾਂਦਾ ਜਾਂ ਇਸ ਮਸਲੇ ਨੂੰ ਸੁਲਝਾਇਆ ਜਾਂਦਾ। ਸੋ ਇਸ ਕਰਕੇ ਇਹ ਕਲੀਅਰ ਆ। ਬਾਕੀ ਜਿਹੜੀ 4 ਮਈ ਨੂੰ ਹੁਣ ਜਿਹੜਾ ਲਿਫਾਫਾ ਖੁੱਲਣਾ, ਉਹ ਸਿਧਾਰਥ ਚਟੋਪਾਧਿਆਏ ਦੀ ਜਿਹੜੀ ਪਰਸਨਲ ਆਬਜ਼ਰਵੇਸ਼ਨ ਆ ਇਸ ਕੇਸ ਦੇ ਸੰਬੰਧੀ, ਉਹਦੇ ਸੰਬੰਧ ਦੇ ਵਿੱਚ ਖੁਲਾਸੇ ਹੋਣਗੇ, ਜਿਹਦੇ ਵਿੱਚ ਇਹ ਵੀ ਪਤਾ ਲੱਗਾ ਜਿਸ ਤਰੀਕੇ ਨਾਲ ਅਸੀਂ ਰਾਤ ਦੇ ਪ੍ਰੋਗਰਾਮ 'ਚ ਗੱਲ ਕੀਤੀ ਕਿ ਉਹ ਸਮੇਂ ਦੇ ਜਿਹੜੇ ਦੋ ਉਹਨਾਂ ਦੇ ਕੁਲੀਗ ਰਹੇ ਹੋਣਗੇ, ਦਿਨਕਰ ਗੁਪਤਾ ਔਰ ਸ਼੍ਰੀਸ਼ ਅਰੋੜਾ, ਉਹਨਾਂ ਦੇ ਵਿਚਕਾਰ ਜਿਹੜੀਆਂ ਤਿੰਨਾਂ ਜਿਹੜੇ ਚੋਟੀ ਦੇ ਅਫਸਰ ਸਨ, ਇਹਨਾਂ ਦੇ ਵਿਚਕਾਰ ਇੱਕ ਕਹਿੰਦੇ ਕਿ ਸੀਤ ਜੰਗ ਜਿਹੜੀ ਉਹ ਚੱਲ ਰਹੀ ਸੀ, ਉਹ ਸੀਤ ਜੰਗ ਦੇ ਆਧਾਰ ਤੇ ਕਿਸ ਤਰੀਕੇ ਦੀ ਆਬਜ਼ਰਵੇਸ਼ਨ ਸਿਧਾਰਥ ਚਟੋਪਾਧਿਆਏ ਨੇ ਪੇਸ਼ ਕੀਤੀ, ਇਹਦਾ ਖੁਲਾਸਾ ਹੁਣ 4 ਮਈ ਨੂੰ ਹੋਵੇਗਾ। ਹੁਣ ਉਹਦੇ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਸ਼੍ਰੀਸ਼ ਅਰੋੜੇ ਨੇ ਵੀ ਐਪਲੀਕੇਸ਼ਨ ਦੇ ਦਿੱਤੀ ਕਿ ਮੈਨੂੰ ਵੀ ਇਸ ਕੇਸ ਦੇ ਵਿੱਚ ਪਾਰਟੀ ਬਣਾਇਆ ਜਾਵੇ, ਜਿਹੜੇ ਇਸ ਵੇਲੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ, ਦੂਜੇ ਪਾਸੇ ਦਿਨਕਰ ਗੁਪਤਾ ਹੋਣਾ ਨੂੰ ਵੀ ਸੱਦਿਆ ਜਾ ਸਕਦਾ ਜਿਹੜੇ NIA ਦੇ ਇੰਚਾਰਜ ਨੇ। ਸੋ ਇਹ ਤਾਂ ਹੁਣ 4 ਮਈ ਨੂੰ ਪਤਾ ਲੱਗੇਗਾ। ਬਾਕੀ ਇਹ ਗੱਲ ਕਰਦੀ ਹੈ ਕਿ ਇਹਨਾਂ ਵੱਡੇ ਤੇ ਉੱਚੇ ਘਰਾਂ ਵਾਲੇ ਪਾਸਿਆਂ ਨੂੰ ਜਿਹੜੀ ਆ ਵਧੂਗੀ, ਔਰ ਸਿਰਫ ਦੋਵਾਂ ਇੱਧਰ ਨੂੰ ਉਸ ਸਮੇਂ ਦੇ ਜਿਹੜੇ ਹਾਕਮ ਸੀ ਜਿਨ੍ਹਾਂ ਨੇ ਇਹ SIT ਬਣਵਾਈ ਸੀ, ਜਿਨ੍ਹਾਂ ਨੇ ਗੁਟਕਾ ਸਾਹਿਬ ਚੱਕ ਕੇ ਸਹੁੰ ਖਾਧੀ ਸੀ, ਕਿ ਉਹਨਾਂ ਵਾਲੇ ਪਾਸੇ ਨੂੰ ਵੀ ਜਾਂਚ ਜਿਹੜੀ ਵਧੂਗੀ, ਕਿਉਂਕਿ ਉਹਨਾਂ ਨੇ ਵੀ ਤਾਂ ਰੋਕਿਆ ਹੀ ਹੈ ਨਾ ਕਿ ਇਹ ਡਰੱਗ ਰਿਪੋਰਟਾਂ ਖੁੱਲਣ ਨਾ। ਜੇ ਉਹ ਚਾਹੁੰਦੇ ਤਾਂ ਡਰੱਗ ਰਿਪੋਰਟ ਉਦੋਂ ਹੀ ਖੁੱਲ ਜਾਂਦੀਆਂ, ਤੇ ਜੇ ਨਹੀਂ ਖੋਲੀਆਂ ਗਈਆਂ ਉਹਨਾਂ ਦੇ ਵੱਲੋਂ 4 ਸਾਲ, ਤਾਂ ਕਿਤੇ ਨਾ ਕਿਤੇ ਕੋਈ ਕਾਲਾ ਮਾਲਾ ਸੀ, ਤੇ ਉਸ ਕਾਲੇ ਮਾਲੇ ਦੇ ਕਰਕੇ ਜਾਂਚਾਂ ਵੱਡੇ ਤੇ ਉੱਚੇ ਘਰਾਂ ਵਾਲੇ ਪਾਸੇ ਨੂੰ ਵਧਣਗੀਆਂ। ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਰਾਜਜੀਤ ਸਿੰਘ ਤੇ ਇੰਦਰਜੀਤ ਸਿੰਘ ਕੇਵਲ ਇੱਕ ਸਧਾਰਨ ਮੋਹਰੇ ਨਹੀਂ ਸਨ, ਉਹਨਾਂ ਨੂੰ ਉਸ ਸਮੇਂ ਦੇ ਭਾਵੇਂ ਅਕਾਲੀ ਭਾਜਪਾ ਸਰਕਾਰ ਸੀ, ਭਾਵੇਂ ਕਾਂਗਰਸ ਦੀ ਸੀ, ਚਾਹੇ 2002 ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਬੰਦੇ ਨੂੰ ਸਾਰੇ ਰਾਜਨੀਤਿਕ ਲੋਕਾਂ ਦਾ ਆਸ਼ੀਰਵਾਦ ਜਿਹੜਾ ਪ੍ਰਾਪਤ ਰਿਹਾ, ਇਹ ਗੱਲ ਜਗ ਜ਼ਾਹਿਰ ਹੋ ਚੁੱਕੀ ਆ। ਹੁਣ ਤੁਸੀਂ ਗੱਲ ਕਰ ਜੇ ਵੱਡੇ ਘਰਾਂ ਦੇ ਜਿਹੜੇ ਬੰਦੇ ਨੇ ਉਹਨਾਂ ਵੱਲ ਜਾਂਚ ਦੀ, ਇਸ ਵੇਲੇ ਜਿਹੜੇ ਬੰਦਿਆਂ ਦਾ ਨਾਮ ਤੁਸੀਂ ਲੈ ਰਹੇ, ਜਿਹੜੇ ਵੱਡੇ ਘਰਾਂ ਦੇ ਬੰਦੇ ਸਨ ਜਾਂ ਨੁਮਾਇੰਦੇ ਸਨ ਜਾਂ ਵੱਡੇ ਘਰਾਂ ਨਾਲ ਸੰਬੰਧਿਤ ਸਨ, ਸੁਖਵਿੰਦਰ ਜੀ, ਹੁਣ ਇਸ ਵੇਲੇ ਉਹ ਵੀ ਬਿਲਕੁਲ ਸੇਫ ਜ਼ੋਨ ਦੇ ਵਿੱਚ ਨੇ, ਜਿੱਥੇ ਪੰਜਾਬ ਸਰਕਾਰ ਚਾਹ ਕੇ ਵੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦੀ। ਇਹ ਗੱਲ ਪੱਕੀ ਆ, ਕਿਉਂਕਿ ਸੇਫ ਜ਼ੋਨ ਤੋਂ ਭਾਵ ਕਿਉਂਕਿ ਇਸ ਵੇਲੇ ਉਹ ਭਾਜਪਾ ਦੇ ਸਰਕਰਦਾ ਨੇਤਾਵਾਂ ਦੇ ਵਿੱਚ ਨੇ, ਤਾਂ ਉਹਨਾਂ ਨੂੰ ਭਾਜਪਾ ਦੀ ਜਿਹੜੀ ਲਕਸ਼ਮਣ ਰੇਖਾ ਦੇ ਵਿੱਚ ਉਹ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੇ ਨੇ। ਤਾਂ ਉਸ ਲਕਸ਼ਮਣ ਰੇਖਾ ਨੂੰ ਨਾ ਤਾਂ ਇਹ ਪੰਜਾਬ ਸਰਕਾਰ ਟੱਪ ਕੇ ਅੰਦਰ ਜਾ ਸਕਦੀ ਆ ਤੇ ਨਾ ਹੀ ਉਹ ਬਾਹਰ ਆ ਸਕਦੇ ਆ। ਸੋ ਇਸ ਕਰਕੇ ਉਹਨਾਂ ਵੱਲੋਂ ਤਾਂ ਤੁਸੀਂ ਇਸ ਗੱਲ ਨੂੰ ਭੁੱਲ ਜਾਓ ਕਿ ਉਹਨਾਂ ਦੇ ਖਿਲਾਫ ਕੋਈ ਪੰਜਾਬ ਸਰਕਾਰ ਜਿਹੜੀ ਹੈ ਕੋਈ ਕਾਰਵਾਈ ਕਰੂਗੀ, ਕਿਉਂਕਿ ਉਹ ਪਹਿਲਾਂ ਵੀ ਸੇਫ ਜ਼ੋਨ 'ਚ ਸਨ ਤੇ ਹੁਣ ਵੀ ਸੇਫ ਜ਼ੋਨ 'ਚ ਨੇ। ਉਹਨਾਂ ਦੇ ਖਿਲਾਫ ਤਾਂ ਕੋਈ ਕਾਰਵਾਈ ਹੁੰਦੀ ਨਜ਼ਰ ਨਹੀਂ ਆਉਂਦੀ। ਬਾਕੀ ਹਾਂ, ਜਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨ CBI ਨੇ ਸੱਦਿਆ, ਤਾਂ ਉਹਦਾ ਹੋ ਸਕਦਾ ਕਿ ਕੱਲ ਨੂੰ ਬਦਲਾ ਲਊ ਕਾਰਵਾਈ ਕਰਦੇ ਆ ਮਾਨ ਸਰਕਾਰ ਵੀ ਕਿਤੇ ਗੁੱਸੇ ਵਿੱਚ ਆ ਕੇ ਕਿਸੇ ਅਜਿਹੇ ਚੋਟੀ ਦੇ ਬੰਦੇ ਨੂੰ ਸਾਦੀ ਲਵੇ ਕਿ ਆਓ ਭਾਈ ਸਾਹਿਬ। ਪਰ ਇਹਦੇ ਵਾਸਤੇ ਵੀ ਸੁਖਵਿੰਦਰ ਜੀ ਇੱਕ ਇੱਛਾ ਸ਼ਕਤੀ, ਮਜ਼ਬੂਤ ਇੱਛਾ ਸ਼ਕਤੀ ਦੀ ਜਿਹੜੀ ਲੋੜ ਹੈਗੀ ਆ, ਉਹ ਹੁਣ ਵੇਖਣਾ ਹੋਵੇਗਾ ਕਿ ਉਹ ਇੱਛਾ ਸ਼ਕਤੀ ਮਾਨ ਸਾਹਿਬ 'ਚ ਜਾਗਦੀ ਆ ਜਾਂ ਨਹੀਂ ਜਾਗਦੀ। ਬਾਕੀ ਹੁਣ ਇਹ ਮੈਂ ਫਿਰ ਕਹਦਾ ਕਿ ਜਿਨ੍ਹਾਂ ਬੰਦਿਆਂ ਦੇ ਨਾਮ ਤੁਸੀਂ ਲੈ ਰਹੇ ਜੇ ਉਹ ਇਸ ਵੇਲੇ ਬਿਲਕੁਲ ਸੇਫ ਜ਼ੋਨ 'ਚ ਬੈਠੇ ਆ। ਹਾਂ, ਹੁਣ ਉਹ ਸੇਫ ਜ਼ੋਨ 'ਚੋਂ ਕੱਢਣਾ ਕਿਵੇਂ ਆ, ਇਹ ਤਾਂ ਪੰਜਾਬ ਸਰਕਾਰ ਦੇ ਉੱਤੇ ਨਿਰਭਰ ਆ ਜੀ। ਜੇ ਮੈਂ ਪੇਂਡੂ ਭਾਸ਼ਾ 'ਚ ਗੱਲਾਂ ਕਰਾਂ ਤਾਂ ਦੇਖਾਂ ਹੋਊਗਾ, ਕਿਉਂਕਿ ਜੇ ਥੋੜਾ ਜਿਹਾ ਸ਼ਹਿਰੀਆਂ ਵਾਲੀ ਗੱਲ ਕਰ ਲਈਏ ਤਾਂ ਉਹ ਵਿਲ ਪਾਵਰ ਕਹਿ ਦਿੰਦੇ ਆ ਕਿ ਭਾਈ ਦੇਖਣੀ ਪਊਗੀ ਵਿਲ ਪਾਵਰ ਸਰਕਾਰ ਦੀ ਕਿੰਨੀ ਕਾ। ਤੇ ਜੇ ਮੈਂ ਪੇਂਡੂ ਭਾਸ਼ਾ ਦੀ ਗੱਲ ਕਰਾਂ ਉਹਦੇ ਵਿੱਚ ਇਹ ਆ ਵੀ ਦੇਖਦੇ ਆ ਕਿ ਲੱਤਾਂ ਭਾਰ ਇਹਨਾਂ ਦੀਆਂ ਚੱਲਦੀਆਂ ਕਿ ਨਹੀਂ ਚੱਲਦੀਆਂ, ਤਾਂ ਉਹ ਵੀ ਗੱਲ ਜਿਹੜੀ ਆ ਉਹ ਦੇਖਣ ਵਾਲੀ ਹੋਊਗੀ। ਚਲੋ ਅਣਖ ਸਾਹਿਬ ਅਗਲੇ ਪਾਸੇ ਨੂੰ ਚੱਲ ਪੈਂਦੇ ਆ। ਜਲੰਧਰ ਕਹਿੰਦੇ ਕਿ ਜਾਣਾ ਸੀ, ਚਰਨਜੀਤ ਸਿੰਘ ਚੰਨੀ ਹੋਣਾ ਨੇ ਜਾਣਾ ਹੀ ਹੈ, ਔਰ ਕਹਿੰਦੇ ਵੱਡਾ ਵੋਟ ਬੈਂਕ ਹੈ ਉੱਥੇ ਦਲਿਤ ਭਾਈਚਾਰੇ ਦਾ, ਔਰ ਜਿਹੜੇ ਚਰਨਜੀਤ ਸਿੰਘ ਚੰਨੀ ਉੱਥੇ ਉਸ ਇਲਾਕੇ ਨੂੰ ਕਾਫੀ ਜਿਹੜਾ ਉਹ ਪ੍ਰਭਾਵਿਤ ਕਰਦੇ ਆ ਆਪਣੇ ਨਾਲ, ਤੇ ਕਹਿੰਦੇ ਉਧਰ ਜਾਣਾ ਸੀ ਤੇ ਮਗਰੋਂ ਕਹਿੰਦੇ ਵਿਜੀਲੈਂਸ ਨੇ ਹਾਕ ਮਾਰ ਲਈ, ਕਹਿੰਦੇ ਆਓ ਭਾਈ ਚੰਨੀ ਸਾਹਿਬ ਦੁਬਾਰਾ ਫੇਰ ਮੁੜ ਕੇ ਆਓ। 21 ਤਰੀਕ ਨੂੰ ਸੱਦ ਲਏ ਆ, ਤੇ ਫਿਰ ਕਿਵੇਂ ਦੇਖਦੇ ਹੋ ਹੁਣ ਇਹਦੇ ਵਿੱਚ ਜਾਂਚ ਦੇ ਵਿੱਚੋਂ ਨਵਾਂ ਕੀ ਨਿਕਲ ਕੇ ਆਉਣਾ? ਉਦੋਂ ਬੋਡੀ ਲੈਂਗੁਏਜ ਕੋਈ ਸੁਖਾਵੀਂ ਭਾਸ਼ਾ ਜਿਹੜੀ ਹੈ ਉਹ ਦੱਸ ਨਹੀਂ ਸੀ ਰਹੀ ਪੱਤਰਕਾਰਾਂ ਨੂੰ ਚਰਨਜੀਤ ਸਿੰਘ ਚੰਨੀ ਦੀ, ਤਾਂ ਹੁਣ 21 ਤਰੀਕ ਨੂੰ ਸੱਦੇ ਗਏ ਆ। ਕੁਝ ਨੇੜੇ ਤੇੜੇ ਜਾਊ ਗ੍ਰਿਫਤਾਰੀ ਦੇ ਕੰਮ, ਜਾਂ ਫਿਰ ਹਲੇ ਵੀ ਲਟਕਾਉਣਗੇ ਜਾਂ ਚੋਣਾਂ ਲੰਘਾਉਣਗੇ? ਸੁਖਵਿੰਦਰ ਜੀ, ਜਦੋਂ ਤੁਸੀਂ ਭੂਮਿਕਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਤੁਸੀਂ ਗੱਲ ਕੀਤੀ ਸੀ ਕਿ ਵਿਜੀਲੈਂਸ ਨੇ ਹਾਕ ਮਾਰ ਲਈ ਜਾਂਦੇ ਜਾਂਦੇ, ਤੇ ਇੱਕ ਮੈਨੂੰ ਗਾਣਾ, ਪੰਜਾਬੀ ਗਾਣਾ ਬੜੇ ਪੁਰਾਣੇ ਦੌਰ ਦਾ ਯਾਦ ਆ ਗਿਆ, ਨਹੀਂ ਤੂੰ ਹਾਕ ਨਾ ਚੰਦਰੀਏ ਮਾਰੀ ਚੂੜੇ ਵਾਲੀ ਬਾਂਹ ਕੱਢ ਕੇ।
ਤਾਂ ਉਹ ਚੂੜੇ ਵਾਲੀ ਬਾਂਹ ਕੱਢ ਕੇ ਵਿਜੀਲੈਂਸ ਨੇ ਦੁਬਾਰਾ ਚਰਨਜੀਤ ਸਿੰਘ ਚੰਨੀ ਨੂੰ ਹਾਕ ਮਾਰ ਲਈ ਕਿ ਆ ਜਾ, ਤੂੰ ਕੋਈ ਏਡੀ ਕੋਈ ਖਾਸ ਗੱਲ ਨਹੀਂ, ਤੇਰੀ ਜਲੰਧਰ 'ਚ ਇੰਨੀ ਕੋਈ ਲੋੜ ਹੈ ਨਹੀਂ, ਪਹਿਲਾਂ ਲੋੜ ਸਾਨੂੰ ਤੇਰੀ ਹੈਗੀ ਆ। ਇੱਕ ਤੁਸੀਂ ਹੁਣੇ ਮੈਨੂੰ ਪ੍ਰਸ਼ਨ ਕੀਤਾ ਕਿ ਚੰਨੀ ਸਾਹਿਬ ਦਾ ਉਸ ਹਲਕੇ 'ਚ ਜਿਹੜਾ ਬੜਾ ਪ੍ਰਭਾਵ ਹੈਗਾ ਦਲਿਤ ਖੇਤਰਾਂ 'ਚ, ਪ੍ਰਭਾਵ ਤਾਂ ਦੋ ਹਲਕਿਆਂ 'ਚ 2022 ਦੀ ਚੋਣਾਂ 'ਚ ਲੋਕਾਂ ਨੇ ਦੱਸਤਾ ਸੀ ਕਿ ਚੰਨੀ ਸਾਹਿਬ ਦਾ ਪ੍ਰਭਾਵ ਉਹਨਾਂ ਆਪਣੇ ਹਲਕਿਆਂ 'ਚ ਕਿੰਨਾ ਕੁ ਹੈਗਾ। ਇਹ ਇੱਕ ਭਰਮ ਦੀ ਸਥਿਤੀ ਆ ਜਿਹੜੀ ਚਰਨਜੀਤ ਸਿੰਘ ਚੰਨੀ ਹੁਣੀ ਹਮੇਸ਼ਾ ਪਾਲ ਕੇ ਤੁਰਦੇ ਕਿ ਹਾਂਜੀ ਵੇਖੋ ਜੀ, ਮੈਂ ਗਰੀਬ ਹਾਂ, ਮੈਂ ਦਲਿਤ ਹਾਂ, ਮੈਂ ਇਸ ਤਰ੍ਹਾਂ ਆ, ਮੈਂ ਉਹ ਹਾਂ, ਮੈਂ ਜੇ ਹਾਂ, ਮੈਂ ਟੈਂਟ ਵੀ ਲਾ ਲੈਣਾ, ਇਹ ਗੱਲਾਂ ਜ਼ਰੂਰ ਕਹਿੰਦੀਆਂ ਨੇ। ਤਾਂ ਜਿੰਨਾ ਕੁ ਪ੍ਰਭਾਵ ਸੁਖਿੰਦਰ ਜੀ ਉਹਨਾਂ ਦਾ ਆਪਣੇ ਖੇਤਰ ਦੇ ਵਿੱਚ ਸੀ, ਉਹ 2022 ਦੀਆਂ ਚੋਣਾਂ 'ਚ ਲੋਕਾਂ ਨੇ ਵੇਖ ਲਿਆ। ਤੇ ਹੁਣ ਜਲੰਧਰ ਦੇ ਵਿੱਚ ਕੀ ਪ੍ਰਭਾਵ ਹੋਣਾ ਉਹ ਤਾਂ ਪਤਾ ਹੀ ਆ, ਕਿਉਂਕਿ ਜਲੰਧਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਬੰਦੇ ਬੈਠੇ ਨੇ ਜਾਂ ਜਿਹੜੇ ਕੰਪੇਨ ਚਲਾ ਰਹੇ ਆ, ਉਹ ਸਾਰੇ ਆਪਣੇ ਆਪ ਨੂੰ ਅਜਿਹਾ ਖੁੰਗ ਸਮਝਦੇ ਆ ਕਿ ਜਿੱਥੋਂ ਉਹ ਸਮਝਦੇ ਕਿ ਕਾਂਗਰਸ ਦੀ ਰਾਜਨੀਤੀ ਸਾਥੋਂ ਸ਼ੁਰੂ ਹੁੰਦੀ ਆ, ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਣੀ ਹੋਣ, ਚਾਹੇ ਰਾਜਾ ਵੜਿੰਗ ਹੋਵੇ, ਚਾਹੇ ਸੁਖਪਾਲ ਸਿੰਘ ਖਹਿਰੇ ਹੋਣੀ ਹੋਣ, ਚਾਹੇ ਰਾਣਾ ਗੁਰਜੀਤ ਹੋਵੇ, ਜਿੰਨੇ ਵੀ ਬੰਦੇ ਉੱਥੇ ਬੈਠੇ ਨੇ ਉਹ ਕੋਈ ਵੀ ਆਪਣੇ ਆਪ ਨੂੰ ਘੱਟ ਨਹੀਂ ਸਮਝਦਾ, ਕਹਿੰਦਾ ਕਿ ਜਿਹੜਾ ਆਪਣਾ ਜਲੰਧਰ ਖੇਤਰ ਆ ਅਸੀਂ ਇਹ ਮਾਲਿਕ ਜਿੱਤਣੀ ਆ। ਤਾਂ ਉਹ ਜਿਹੀ ਸਟੇਜ ਦੇ ਵਿੱਚ ਚਲੋ ਇੱਕ ਭਰਮ ਜਿਹੜਾ ਆ ਉਹ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਵੀ ਹੈਗਾ, ਕਿਉਂਕਿ ਉਹ ਦਲਿਤ ਖੇਤਰ ਆ, ਦਲਿਤ ਬਰਾਦਰੀ ਨਾਲ ਬਿਲੋਂਗ ਕਰਦੇ ਆ, ਤਾਂ ਇਸ ਵਕਤ ਤੋਂ ਹੋ ਸਕਦਾ ਕਿ ਉਹਨਾਂ ਨੇ ਸੁਪਨੇ ਦੇ ਹੋਣ। ਖੈਰ ਪ੍ਰਸ਼ਨ ਜਿਹੜਾ ਤੁਹਾਡਾ ਸੀ ਚਰਨਜੀਤ ਸਿੰਘ ਚੰਨੀ ਤੇ ਵਿਜੀਲੈਂਸ ਦੇ ਵਿਚਕਾਰ ਜਿਹੜਾ ਆਪਸੀ ਚੱਲਦਾ ਪਿਆ ਮੇਲ ਮਿਲਾਪ ਉਹਦੇ ਸੰਬੰਧੀ ਹੈ। ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਹੁਣੀ ਉਦੋਂ 7 ਘੰਟੇ ਦੀ ਪੁੱਛ ਪੜਤਾਲ ਤੋਂ ਬਾਅਦ ਵਿਜੀਲੈਂਸ ਤੋਂ ਦਫ਼ਤਰ ਤੋਂ ਬਾਹਰ ਆਣ ਕੇ ਮਿੰਨਾ ਰੋਏ, ਮਿੰਨਾ ਤਾਂ ਖੁੱਲ ਕੇ ਰੋਏ ਨਹੀਂ, ਥੋੜੀ ਉਹਨਾਂ ਦੀ ਅੱਖਾਂ 'ਚ ਜਿਹੜਾ ਪਾਣੀ ਉਹ ਦਿਖਾਈ ਦੇ ਰਿਹਾ ਸੀ, ਖੁੱਲ ਕੇ ਨਹੀਂ ਰੋਏ। ਤਾਂ ਉਹਨਾਂ ਨੇ ਬੜੀਆਂ ਗੱਲਾਂ ਕੀਤੀਆਂ, ਭਾਵੁਕ ਜਿਹੇ ਹੋਏ। ਤਾਂ ਗੱਲ ਇਹ ਹੁੰਦੀ ਕਿ ਜਦੋਂ ਫਿਰ ਪੁੱਛਗਿੱਛ ਚੱਲਦੀ ਹੋਵੇ, ਫਿਰ ਉੱਥੇ ਅਥਰੂਆਂ ਦੀ ਕੀਮਤ ਜਿਹੜੀ ਆ ਕੁਝ ਨਹੀਂ ਹੁੰਦੀ, ਕਿਉਂਕਿ ਅਗਲਿਆਂ ਨੇ ਅਥਰੂ ਵੀ ਕਢਾਉਣੇ ਹੁੰਦੇ ਤੇ ਚੀਕਾਂ ਵੀ ਕਢਾਉਣੀਆਂ ਹੁੰਦੀਆਂ। ਇਹ ਤਾਂ ਫਿਰ ਅਗਲੇ ਦੂਜੇ ਬੰਦੇ ਤੇ ਨਿਰਭਰ ਹੁੰਦਾ ਕਿ ਉਹ ਚੀਕਾਂ ਮਾਰਦਾ ਜਾਂ ਅਥਰੂ ਕੱਢਦਾ। ਤਾਂ ਉਸ ਸਮੇਂ ਚਰਨਜੀਤ ਸਿੰਘ ਚੰਨੀ ਹੁਣ ਇਹੋ ਕੁਝ ਕਰਕੇ ਚਲੇ ਗਏ, ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਕੰਮ ਮੁੱਕ ਗਿਆ, ਪਰ ਕੰਮ ਮੁੱਕਾ ਨਹੀਂ। ਕੱਲ ਭਗਵੰਤ ਮਾਨ ਨੇ ਜਿਸ ਤਰੀਕੇ ਨਾਲ ਕੱਲ ਜਲੰਧਰ 'ਚ ਪ੍ਰੈਸ ਕਾਨਫਰੰਸ ਕਰਦਿਆਂ ਕੁਝ ਨੁਕਤੇ ਠਾਏ ਤੇ ਚੰਨੀ ਸਾਹਿਬ ਦੇ ਰੋਂਤਕ ਵਿਅੰਗ ਜਿਹੜਾ ਉਹਨਾਂ ਨੇ ਤੰਜ ਜਿਹੜਾ ਕੱਸਿਆ ਸੀ। ਹੁਣ 21 ਤਰੀਕ ਨੂੰ ਉਹਨਾਂ ਨੂੰ ਦੁਬਾਰਾ ਸੱਦ ਲਿਆ ਗਿਆ। ਅਜੇ ਤੱਕ ਦਾਸਤਾਨੇ ਸ਼ਹਾਦਤ ਦੇ ਵਿੱਚ ਜਿਹੜਾ ਖਰਚਾ ਸੀ ਜਿਹੜਾ ਲਿਆ, ਤੇ ਉਹਨਾਂ ਨੇ ਗੁਰੂ ਸਾਹਿਬਾਨ ਦੀ ਯਾਦਗਾਰ ਬਣਾਉਣ ਵਾਸਤੇ ਜਾਂ ਉਹਨਾਂ ਸੰਬੰਧੀ ਪ੍ਰੋਗਰਾਮ ਕਰਨ ਵਾਸਤੇ ਸੀ, ਪਰ ਖਰਚਿਆ ਉਹਨਾਂ ਨੇ ਆਪਣੇ ਵਿਆਹ ਦੇ ਮੁੰਡੇ ਤੇ, ਕਥਾ ਤੌਰ ਤੇ, ਜਿਸ ਤਰ੍ਹਾਂ ਲੋਕੀ ਕਹਿੰਦੇ, ਅਸੀਂ ਨਹੀਂ ਕਹਿ ਰਹੇ, ਲੋਕੀ ਕਹਿੰਦੇ। ਦੂਜੇ ਬੰਨੇ ਹੁਣ ਗੁਜਰਾਤ ਰਿਜ਼ੋਰਟ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਦਾ, ਸ਼ਿਮਲੇ ਦੇ ਵਿੱਚ ਜਿਹੜੇ ਰਿਜ਼ੋਰਟ ਨੇ, ਤੇ ਪੰਜਾਬ ਦੇ ਵਿੱਚ ਉਸ ਸਮੇਂ ਦੇ ਜਿੰਨੇ ਵੀ ਸਰਕਟ ਹਾਊਸ ਨੇ ਉਹਨਾਂ ਸਾਰਿਆਂ ਦਾ ਨਵੀਨੀਕਰਨ ਵਾਸਤੇ ਜਿਸ ਤਰੀਕੇ ਨਾਲ ਕਾਲੇ ਬਾੜੇ ਹੋਏ, ਉਹਨਾਂ ਦੀ ਜਾਂਚ ਸੁਖਵਿੰਦਰ ਜੀ ਕਹਿੰਦੇ ਨੇ ਕਿ ਉਦੋਂ ਹੀ ਵਿਜੀਲੈਂਸ ਨੇ ਇੱਕ ਫਾਰਮ ਦੇ ਰੂਪ 'ਚ ਚੰਨੀ ਸਾਹਿਬ ਨੂੰ ਫੜਾਤਾ ਸੀ ਕਿ ਚੰਨੀ ਸਾਹਿਬ ਇਹਦੀ ਜਾਣਕਾਰੀ ਤੁਸੀਂ ਭਰ ਲਓ ਤੇ ਫਿਰ ਤੁਸੀਂ ਸਾਨੂੰ ਜਲਦੀ ਜਿਹੜੇ ਦਰਸ਼ਨ ਦੇਣੇ ਆ ਜਾਂ ਅਸੀਂ ਤੁਹਾਡੇ ਦਰਸ਼ਨ ਕਰਨੇ ਆ। ਤਾਂ ਉਹ ਦਰਸ਼ਨ ਕਰਨ ਦੀ ਜਿਹੜੀ ਤਰੀਕ ਆ ਉਹ ਹੁਣ 21 ਅਪ੍ਰੈਲ ਜਿਹੜੀ ਮਿਥ ਲਈ ਗਈ ਆ। ਤੇ ਇਹ ਸੁਖਵਿੰਦਰ ਜੀ ਦੀਆਂ 10 ਮਈ ਤੱਕ ਜਿੰਨਾ ਚਿਰ ਜਲੰਧਰ 'ਚ ਚੋਣਾਂ ਨਹੀਂ ਹੁੰਦੀਆਂ ਉਦੋਂ ਤੱਕ ਚੰਨੀ ਸਾਹਿਬ ਦੇ ਗੇੜੇ ਜਿਹੜੇ ਆ ਉਹ ਵੱਜਦੇ ਰਹਿਣਗੇ, ਜਿਹੋ ਜਿਹੀ ਸੰਭਾਵਨਾ ਹੈਗੀ ਆ। ਅਜੇ ਗ੍ਰਿਫਤਾਰੀ ਜਿਹੜੀ ਆ ਨਹੀਂ, ਅਜੇ ਵਿਜੀਲੈਂਸ ਅਜੇ ਨਹੀਂ ਕਰੇਗੀ, ਕਿਉਂਕਿ ਅਜੇ ਚੋਣਾਂ ਜਿਹੜੀ ਨੇ ਜੇ 20 ਦਿਨ ਜਾਂ 15 ਦਿਨਾਂ 'ਚ ਬਾਕੀ ਹੈਗੇ ਨੇ। ਪਰ ਹਾਂ, ਇਹਨਾਂ 15 ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਜਿਹੜਾ ਘੇਰਾ ਆ ਉਹ ਜ਼ਰੂਰ ਤੰਗ ਹੁੰਦਾ ਜਾਊਗਾ, ਕਿਉਂਕਿ ਹੁਣ 21 ਨੂੰ ਸੱਦਣਾ, 21 ਨੂੰ ਜਿਹੜੇ 500 ਸਵਾਲ ਸੀ ਉਸ ਦਿਨ ਪਤਾ ਲੱਗਾ ਕਿ 500 ਸਵਾਲਾਂ ਦੀ ਇੱਕ ਲਿਸਟ ਜਿਹੜੀ ਆ ਉਹ ਤਿਆਰ ਕੀਤੀ ਗਈ ਆ। ਹੁਣ ਚੰਨੀ ਸਾਹਿਬ ਨੇ ਪਤਾ ਨਹੀਂ ਕਿ ਹੋਮਵਰਕ ਕੀਤਾ ਕਿ ਨਹੀਂ ਕੀਤਾ, 21 ਤਰੀਕ ਨੂੰ ਲੈ ਕੇ ਆਉਂਦੇ ਆ ਜਾਂ ਉਦੋਂ ਨੂੰ ਟਾਈਮ ਮੰਗਣਾ। ਹੁਣ ਜੇ ਟਾਈਮ ਮੰਗਿਆ ਤਾਂ ਪਰ ਵਿਜੀਲੈਂਸ ਨੇ ਟਾਈਮ ਦੇਣਾ ਨਹੀਂ ਹੈਗਾ, ਹੁਣ ਤਾਂ ਬਕਾਇਦਾ ਤੌਰ ਤੇ ਸੰਮਨ ਜਿਹੜੇ ਉਹ ਜਾਰੀ ਹੋ ਚੁੱਕੇ ਆ। ਸੋ ਇਹ ਗੱਲ ਪੱਕੀ ਹੈ ਕਿ ਉਸ ਦਿਨ ਚਰਨਜੀਤ ਸਿੰਘ ਚੰਨੀ ਹੁਣੀ ਪੇਸ਼ ਹੋਣਗੇ, ਆਣ ਕੇ ਗੱਲਬਾਤ ਕਰਨਗੇ। ਗੱਲਬਾਤ ਕਰਕੇ ਹੁਣ ਇਹ ਦੂਜੇ ਪਾਸੇ ਧਿਰ ਦੇ ਉੱਤੇ ਨਿਰਭਰ ਆ ਕਿ ਉਹ ਚਰਨਜੀਤ ਸਿੰਘ ਚੰਨੀ ਦੀ ਗੱਲਬਾਤ ਤੋਂ ਸੰਤੁਸ਼ਟ ਹੁੰਦੇ ਆ ਜਾਂ ਨਹੀਂ ਹੁੰਦੇ। ਬਾਕੀ ਸੁਖਵਿੰਦਰ ਜੀ, ਇਹ ਵੀ ਇੱਕ ਇੰਟਰੋਗੇਸ਼ਨ ਜਾਂ ਇਨਵੈਸਟੀਗੇਸ਼ਨ ਦਾ ਤਰੀਕਾ ਹੁੰਦਾ ਕਿ ਅਗਲੇ ਬੰਦੇ ਦੀ ਫਾਈਲ ਜਦੋਂ ਭਾਰੀ ਕਰਨੀ ਹੋਵੇ, ਪਹਿਲਾਂ ਅਗਲੇ ਬੰਦੇ ਨੂੰ ਲਿਸਟ ਦੇ ਦਿੰਦੇ, ਉਹਨੂੰ ਕਹਿੰਦੇ ਕਿ ਹਾਂ ਵੀ ਕਰੋ, ਜਵਾਬ ਦਿਓ। ਅਗਲਾ ਜਵਾਬ ਦਿੰਦਾ ਤੇ ਦੂਜੇ ਪਾਸੇ ਜਿਹੜੀ ਸੰਬੰਧਿਤ ਧਿਰ ਹੁੰਦੀ, ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਹੁੰਦੀ, ਉਹ ਸਿਰਫ ਇੰਨੀ ਗੱਲ ਕਹਿੰਦੀ, ਨਹੀਂ ਤੁਹਾਡੇ ਜਵਾਬਾਂ ਤੋਂ ਅਸੀਂ ਸੰਤੁਸ਼ਟ ਨਹੀਂ ਹੈਗੇ, ਦੁਬਾਰਾ ਲਿਆਓ। ਉਹ ਵੀ ਫਾਈਲ ਭਾਰੀ ਤੋਂ ਭਾਰੀ ਕਰਦੇ ਜਾਣਾ। ਤਾਂ ਇਸ ਵੇਲੇ ਚਰਨਜੀਤ ਸਿੰਘ ਚੰਨੀ ਦੀ ਫਾਈਲ ਜਿਹੜੀ ਆ ਉਹ ਭਾਰੀ ਕੀਤੀ ਜਾ ਰਹੀ ਆ। ਹੁਣ 21 ਅਪ੍ਰੈਲ ਤੋਂ ਬਾਅਦ ਹੁਣ ਇਹ ਵੇਖਣਾ ਹੋਵੇਗਾ ਕਿ ਆਉਂਦਿਆਂ ਦਿਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਦਾ ਦੁਬਾਰਾ ਗੇੜਾ ਉੱਥੇ ਕਦੋਂ ਬਚਦਾ। ਬਾਕੀ ਇਹ ਗੱਲ ਪੱਕੀ ਆ ਕਿ 10 ਮਈ ਤੱਕ ਚਰਨਜੀਤ ਸਿੰਘ ਚੰਨੀ ਵਾਸਤੇ ਦਿਨ ਜਿਹੜੇ ਨੇ ਉਹ ਮੁਸ਼ਕਲਾਂ ਭਰਪੂਰ ਜ਼ਰੂਰ ਰਹਿੰਦੇ ਨੇ ਜੀ। ਚਲੋ ਅਗਲੀ ਖਬਰ ਅਣਖੀ ਸਾਹਿਬ ਇਹ ਲੈ ਲੈਂਦੇ ਆ ਕਿ ਕਰੋਨੇ ਦਾ ਪ੍ਰਭਾਵ ਜਿਹੜਾ ਪੰਜਾਬ ਦੇ ਅੰਦਰ ਕਹਿੰਦੇ ਕਾਫੀ ਵੱਧ ਗਿਆ, ਖਤਰਾ ਜਿਹਾ ਮਹਿਸੂਸ ਹੋਣ ਲੱਗਿਆ। ਤੇ ਉਧਰਲੇ ਪਾਸੇ ਹੁਣ ਤਾਂ ਸਰਕਾਰ ਕਹਿੰਦੀ ਕਿ ਸਥਿਤੀ ਅੰਡਰ ਕੰਟਰੋਲ ਹੈ, ਵੈਸੇ ਘਬਰਾਉਣ ਦੀ ਲੋੜ ਨਹੀਂ, ਪਰ ਕੁਝ ਜਿਹੜੇ ਮਰੀਜ਼ ਵਿਚਾਰੇ ਉਹ ਕਹਿੰਦੇ ਕਿ ਵੈਂਟੀਲੇਟਰ ਤੇ ਆਕਸੀਜਨ ਤੇ ਵੀ ਹੈਗੇ ਆ।
ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ? ਇਹ ਜਿਹੜਾ ਕਾਫੀ ਜ਼ਿਆਦਾ ਇਹ ਪ੍ਰਭਾਵ ਦੁਬਾਰਾ ਵਧਣ ਲੱਗਿਆ ਕਰੋਨੇ ਦਾ, ਇਹਦੇ ਵਿੱਚ ਸਿਰਫ ਸਰਕਾਰ ਨੂੰ ਨਹੀਂ, ਲੋਕਾਂ ਨੂੰ ਆਪ ਨੂੰ ਵੀ ਧਿਆਨ ਰੱਖਣ ਦੀ ਜਿਹੜੀ ਉਹ ਲੋੜ ਹੈ। ਸੁਖਵਿੰਦਰ ਜੀ, ਅਜੇ ਪੰਜਾਬ ਦੀ ਸਥਿਤੀ ਜਿਹੜੀ ਆ ਕਰੋਨੇ ਦੇ ਪੱਖ ਤੋਂ ਅਸੀਂ ਕਹਿ ਸਕਦੇ ਕਿ ਉਹੋ ਜਿਹੀ ਗੰਭੀਰ ਹੈ ਨਹੀਂ ਜਿਹੋ ਜਿਹੀ ਦੂਸਰੇ ਰਾਜਾਂ ਦੇ ਵਿੱਚ ਹੈਗੀ ਆ, ਜਾਂ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਗੱਲਬਾਤ ਕੀਤੀ। ਇਸ ਵੇਲੇ ਜਿਹੜੀ ਟੈਸਟਿੰਗ ਜਿਹੜੀ ਹੋਈ ਆ ਕੱਲ ਤੱਕ 2703 ਕੇਸਾਂ ਦੀ ਟੈਸਟਿੰਗ ਜਿਹੜੀ ਹੋਈ ਆ ਜਿਹੜੇ ਕਰੋਨਾ ਨਾਲ ਸੰਬੰਧਿਤ ਪੇਸ਼ੈਂਟ, ਤੇ ਇਹ ਉਹੀ ਪੇਸ਼ੈਂਟ ਜਿਹੜੇ ਹਸਪਤਾਲਾਂ ਦੇ ਵਿੱਚ ਮੌਜੂਦ ਨੇ ਜਾਂ ਹੋਰ ਲੋਕਾਂ ਦੀ 2703 ਦੇ ਕਰੀਬ ਕੱਲ ਦੀ ਟੈਸਟਿੰਗ ਹੋਈ ਆ, ਤੇ ਉਹਨਾਂ ਦੇ ਵਿੱਚੋਂ 148 ਮਰੀਜ਼ ਜਿਹੜੇ ਨੇ ਕਰੋਨੇ ਦੇ ਪੋਜ਼ਿਟਿਵ ਜਿਹੜੇ ਉਹ ਪਾਏ ਗਏ ਨੇ। 100 ਤੇ ਇੱਕ ਗੱਲ ਹੋਰ ਜਿਹੜੀ ਗੱਲ ਕਹਿਣ ਵਾਲੀ ਕਿ ਇਹਦੇ ਵਿੱਚ ਜ਼ਿਆਦਾਤਰ ਜਿਹੜੇ ਜ਼ਿਲ੍ਹੇ ਨੇ ਉਹ ਲੁਧਿਆਣਾ ਤੇ ਮੁਹਾਲੀ ਦੇ ਵਿੱਚ ਇਹ ਕੇਸ ਜਿਹੜੇ ਉਹ ਪਾਏ ਜਾ ਰਹੇ ਆ। ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਇਹ ਟੈਸਟਿੰਗ ਜਦ ਹੋਈ ਨਹੀਂ, ਜਾਂ ਇਹ ਕੇਸ ਅਸੀਂ ਕਹਿ ਸਕਦੇ ਕਿ ਇਦਾਂ ਦੀ ਕੋਈ ਜਿਹੜੀ ਜਾਂਚ ਉਹ ਸਾਹਮਣੇ ਜਿਹੜੀ ਨਹੀਂ ਆਈ। ਹੁਣ ਇੱਕ ਮਰੀਜ਼ ਦੀ ਲੁਧਿਆਣੇ 'ਚ ਮੌਤ ਵੀ ਹੋਈ ਹੈ ਕਰੋਨੇ ਦੇ ਨਾਲ, ਤੇ ਉਹ ਮਰੀਜ਼ ਉਹ ਬੜੇ ਦਿਨਾਂ ਚੋਂ ਕਹਿੰਦੇ ਕਿ ਹਸਪਤਾਲ ਦੇ ਵਿੱਚ ਉਹ ਗੰਭੀਰ ਇਲਾਜ ਕਰਾ ਰਿਹਾ ਸੀ। ਸੁਖਵਿੰਦਰ ਜੀ, ਗੱਲ ਇਹ ਆ ਕਿ ਕਰੋਨੇ ਦਾ ਕਹਿਰ ਜਿਹੜਾ ਖਾਸ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰਦਾ ਜਦੋਂ ਖਾਸ ਤੌਰ ਤੇ ਮੌਸਮ ਦੀ ਤਬਦੀਲੀ ਜਦੋਂ ਹੁੰਦੀ ਆ, ਜਾਂ ਮੌਸਮ ਬੀਤੇ 2020 ਦੀ ਤੁਸੀਂ ਗੱਲ ਕਰ ਦਿਓ ਜਦੋਂ ਪਹਿਲੀ ਲਹਿਰ ਚੱਲਦੀ ਹੈ, ਜਾਂ ਦੂਜੀ ਜਾਂ ਤੀਜੀ, ਤਾਂ ਇਸ ਸਮੇਂ ਦੇ ਵਿੱਚ ਹੀ ਇਹੋ ਜਿਹਾ ਪ੍ਰਭਾਵ ਜਿਹੜਾ ਕਰੋਨੇ ਦੇ ਸੰਬੰਧੀ ਵੇਖਣ ਨੂੰ ਮਿਲਦਾ ਹੈਗਾ। ਦੂਜੇ ਪਾਸੇ ਕੁਝ ਲੋਕ ਜਾਂ ਕੁਝ ਰਾਜਨੀਤਿਕ ਪਾਰਟੀਆਂ ਇਹ ਵੀ ਕਹਿ ਦਿੰਦੇ ਕਿ ਇਹ ਕੇਂਦਰ ਸਰਕਾਰ ਜਿਹੜੀ ਆ ਜਦੋਂ ਵੇਖਦੇ ਕਿ ਕੋਈ ਸਥਿਤੀ ਉਹਦੇ ਖਿਲਾਫ ਹੋਣ ਲੱਗਦੀ, ਉਦੋਂ ਕਰੋਨੇ ਦਾ ਜਿਹੜਾ ਜਿੰਨ ਆ ਉਹ ਬਾਹਰ ਕੱਢ ਦਿੱਤਾ ਜਾਂਦਾ। ਇਹ ਵੀ ਪਤਾ ਇਹੋ ਜਿਹੀਆਂ ਧਾਰਨਾਵਾਂ ਵੀ ਜਿਹੜੀਆਂ ਚੱਲਦੀਆਂ ਰਹਿੰਦੀਆਂ ਨੇ। ਬਾਕੀ ਵੇਖੋ, ਸਥਿਤੀ ਇਹ ਆ ਕਿ ਜਾਨ ਜਿਹੜੀ ਹਰ ਬੰਦੇ ਨੂੰ ਆਪੋ ਆਪਣੀ ਪਿਆਰੀ। ਡਾਕਟਰ ਕੀ ਕਹਿੰਦੇ ਨੇ, ਸਰਕਾਰ ਕੀ ਕਹਿੰਦੀ ਆ, ਜਿਹੜਾ ਬੰਦਾ ਪੀੜਤ ਆ ਸੁਖਵਿੰਦਰ ਜੀ ਪਤਾ ਤਾਂ ਉਸ ਨੂੰ ਹੁੰਦਾ। ਸੋ ਉਸ ਆਧਾਰ ਤੇ ਠੀਕ ਹੈ, ਇਸ ਵੇਲੇ ਪੰਜਾਬ ਸਰਕਾਰ ਬੜੇ ਦਮਗਜੇ ਮਾਰਦੀ ਪਈ ਆ ਕਿ ਹਸਪਤਾਲਾਂ ਦੇ ਵਿੱਚ ਆਕਸੀਜਨ ਦਾ ਪੂਰਨ ਤੌਰ ਤੇ ਪ੍ਰਬੰਧ ਆ, ਦਵਾਈਆਂ, ਠੀਕ ਹੈ, ਪ੍ਰਮਾਤਮਾ ਕਰੇ ਇਦਾਂ ਹੀ ਹੋਵੇ ਤਾਂ ਕਿਸੇ ਵੀ ਕੁਦਰਤੀ ਪ੍ਰਕੋਪੀ ਦੇ ਕਹਿਰ ਦਾ ਸ਼ਿਕਾਰ ਪੰਜਾਬ ਦੇ ਵਾਸੀ ਨਾ ਹੋਣ। ਪਰ ਉਸ ਦੇ ਨਾਲ ਹੀ ਨਾਲ ਪੰਜਾਬ ਦੇ ਲੋਕਾਂ ਨੂੰ ਵੀ ਚਾਹੀਦਾ ਕਿ ਕਰੋਨੇ ਤੋਂ ਬਚਣ ਵਾਸਤੇ ਜਿਹੜੀਆਂ ਆਪ ਹੀ ਆਪਣੇ ਉੱਤੇ ਸ਼ਰਤਾਂ ਜਿਹੜੀਆਂ ਉਹ ਲਾਗੂ ਕਰਨ। ਜਿਸ ਤਰ੍ਹਾਂ 2 ਗਜ ਦੀ ਦੂਰੀ ਹੋਈ, ਹਰ ਚੀਜ਼ ਨੂੰ ਹੱਥ ਧੋ ਕੇ ਪਕੜਨਾ, ਜਾਂ ਇਹੋ ਜਿਹੀਆਂ ਚੀਜ਼ਾਂ ਸਮਾਜ ਜਿਹੜੀ ਇਹੋ ਜਿਹੇ ਸੰਦਰਭ, ਜੇਕਰ ਦੂਸਰੇ ਪਾਸੇ ਮਾਸਕ ਦੀ ਵਰਤੋਂ ਜਿਹੜੀ ਉਹ ਜ਼ਰੂਰੀ ਕਰਨੀ ਚਾਹੀਦੀ ਹੈ, ਤਾਂ ਜੋ ਕੱਲ ਨੂੰ ਕੋਈ ਵੀ ਇਹੋ ਜਿਹੀ ਕੁਦਰਤੀ ਪ੍ਰਕੋਪੀ ਪੈਂਦੀ ਆ ਤਾਂ ਅਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਕਿਸੇ ਨੂੰ ਵੀ ਇਲਜ਼ਾਮ ਦੇਣ ਦੇ ਬਜਾਏ ਖੁਦ ਆਪਣੇ ਆਪ ਨੂੰ ਇਸ ਚੀਜ਼ਾਂ ਤੋਂ ਬਚਾ ਕੇ ਰੱਖੀਏ। ਬਾਕੀ ਕਰੋਨੇ ਦੀ ਜਿਹੜੀ ਸਥਿਤੀ ਆ ਅਜੇ ਤੱਕ ਪੰਜਾਬ ਦੇ ਵਿੱਚ ਕਾਬੂ ਹੇਠਾਂ ਹੈਗੀ ਆ। ਬਾਕੀ ਆਉਂਦਿਆਂ ਦਿਨਾਂ ਵਿੱਚ ਪ੍ਰਮਾਤਮਾ ਇਸੇ ਤਰੀਕੇ ਨਾਲ ਬਣਾਈ ਰੱਖੇ ਜੀ। ਬਿਲਕੁਲ, ਕਾਨਕੀ ਸਾਹਿਬ ਦੇ ਕਰਨਾ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਨਾਲ ਸਾਡੇ ਨਾਲ ਗੱਲਬਾਤ ਕੀਤੀ ਗਈ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਏਗੀ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।